चलो करो करवा वाहिगुरू जी का खालसा वाहिगुरू जी की फतेह। कल कामरेड गुरचरण ਸਿੰਘ ਜੀ ਹੋਰਾਂ ਦੀ ਬਰਸੀ ਆ ਤੇ ਸਾਰਿਆਂ ਨੂੰ ਇਹ ਅਹਿਸਾਸ ਦਿਵਾਉਂਦੀ ਆ ਜੇਤੂ ਦੇ ਮੋਰਚੇ 'ਚ ਮੇਰੇ ਨਾਨਾ ਜੀ ਦੇ ਨਾਲ ਉਹ ਵੀ ਲੜੇ। ਇਹ ਚੀਜ਼ਾਂ ਭੁੱਲਣ ਵਾਲੀਆਂ ਨਹੀਂ, ਉਹ ਕੁਰਬਾਨੀਆਂ ਭੁੱਲਣ ਵਾਲੀਆਂ ਨਹੀਂ। ਆ ਜਿਹੜਾ ਸੰਘਰਸ਼ ਆ ਉਹਨਾਂ ਯੋਧਿਆਂ ਦੇ ਖਲੋਤਾ ਉਹਨਾਂ ਦੀਆਂ ਯਾਦਾਂ ਲੈ ਕੇ ਅਸੀਂ ਇੱਥੇ ਅੱਜ ਲੜ ਰਹੇ ਆ। ਤੇ ਮੈਂ ਸਾਰੇ ਨੌਜਵਾਨਾਂ ਨੂੰ, ਸਾਰੇ ਪੰਜਾਬ ਦੀਆਂ ਬੇਟੀਆਂ ਨੂੰ ਮੈਂ ਕਹੂੰਗਾ ਕਿ ਇਹ ਸੰਘਰਸ਼ ਦਾ ਜ਼ਰੂਰ ਹਿੱਸਾ ਬਣੋ, ਕਿਉਂਕਿ ਤੁਹਾਡੇ ਵੀ ਪੋਤੇ ਪੋਤੀਆਂ ਯਾਦ ਕਰਨਗੇ ਕਿ ਸਾਡੇ ਬਾਬਿਆਂ ਨੇ ਉਹ ਲੜਾਈ ਲੜੀ ਸੀ। ਸੋ ਜ਼ਰੂਰ ਇਸ ਸੰਘਰਸ਼ ਦਾ ਹਿੱਸਾ ਬਣੋ। ਬਾਕੀ ਪਰਿਵਾਰ ਨੂੰ ਮੈਂ ਸਲਾਮ ਕਰਦਾ, ਉਹਨਾਂ ਦੇ ਸਾਰੇ ਪਰਿਵਾਰ ਨੂੰ ਸਲਾਮ ਕਰਦਾ। ਤੇ ਕੱਲ੍ਹ ਜ਼ਰੂਰ ਉਹ ਬਰਸੀ 'ਤੇ ਅਸੀਂ ਵੀ ਆਪਣਾ ਆਉਣ ਦਾ ਟਰਾਈ ਕਰਾਂਗੇ, ਪਰ ਜੇ ਕਈ ਵਾਰੀ ਇੱਥੇ ਕਈ ਵਾਰੀ ਰੁਝਾਨੇ ਜ਼ਿਆਦਾ ਆ ਸ਼ਾਇਦ ਨਾ ਆ ਸਕੀਏ। ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ, ਤੁਹਾਡੇ ਸਾਰੇ ਪਰਿਵਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਭਾਰਤੀ ਕਿਸਾਨ ਮੰਚ ਵੱਲੋਂ ਸਾਰੇ ਰਲ ਕੇ ਬਾਪੂ ਗੁਰਚਰਨ ਸਿੰਘ ਜੀ ਲਾਧੂਪੁਰ ਜੋ ਫਰੀडम ਫਾਈਟਰ ਸਨ, ਜਿਨ੍ਹਾਂ ਨੇ 12 ਸਾਲ ਦੀ ਉਮਰ ਦੇ ਵਿੱਚ ਇਹ ਆਪਣਾ ਸੰਘਰਸ਼ ਆ ਜਿਹੜਾ ਸ਼ੁਰੂ ਕੀਤਾ ਸੀ, ਉਹਨਾਂ ਦੀ ਬਰਸੀ ਹੈ। ਉਹ ਆਨਲਾਈਨ ਅਸੀਂ ਬਰਸੀ ਮਨਾ ਰਹੇ ਹਾਂ ਉਹਨਾਂ ਦੀ। ਤੇ ਉਹਨਾਂ ਨੇ ਆਪਣਾ ਜੀਵਨ ਹੈ ਜਿਹੜਾ ਉਹ ਸੰਘਰਸ਼ਮਈ ਢੰਗ ਦੇ ਨਾਲ ਹੀ ਜੀਵਿਆ ਸਾਰਾ। 12 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਸ਼ੁਰੂਆਤ ਕੀਤੀ ਮੋਰਚਿਆਂ 'ਚ ਜਾਣ ਦੀ, ਉਹੀ ਗੁੜਤੀ ਮਿਲੀ ਆ ਸਰਦਾਰ ਬਖਤਾਵਰ ਸਿੰਘ ਜੀ ਹੋਰਾਂ ਨੂੰ। 12 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਮੋਰਚੇ 'ਚ ਜਾਣ ਦਾ ਪ੍ਰੋਗਰਾਮ ਬਣਾਇਆ। ਪਰਿਵਾਰ ਵੱਲੋਂ ਰੋਕਣ ਦੇ ਬਾਵਜੂਦ ਵੀ ਉਹਨਾਂ ਨੇ ਇਹ ਗੱਲ ਕਹੀ ਕਿ ਨਹੀਂ ਮੈਂ ਮੋਰਚਿਆਂ ਵਿੱਚ ਜਾਣਾ। ਤੇ ਉਹਦਾ ਕਾਰਨ ਸੀ ਜੋ ਸਾਨੂੰ ਸੁਣਿਆ ਪਤਾ ਲੱਗਿਆ, ਜੋ ਕਿਤਾਬਾਂ ਵਿੱਚ ਵੀ ਛਪਿਆ ਕਿ ਮਾਤਾ ਜਿਹੜੀ ਉਹਨਾਂ ਦੀ ਸੀ, ਉਹਨਾਂ ਨੇ ਰੋਕਿਆ ਵੀ ਨਾ ਜਾ, ਤੇਰੀ ਉਮਰ ਛੋਟੀ ਆ ਜੀ। ਤੇ ਉਹ ਕਹਿਣ ਲੱਗੇ ਜੀ ਨਾਲੇ ਸਾਹਿਬਜ਼ਾਦਿਆਂ ਦੀਆਂ ਕਹਾਣੀਆਂ ਸੁਣਾਉਂਦੇ ਹੋ, ਉਹ ਤੇ ਸਾਡੇ ਤੋਂ ਵੀ ਛੋਟੀ ਉਮਰ ਦੇ ਸੀਗੇ। ਇਹੋ ਜਿਹੀਆਂ ਗੱਲਾਂ ਉਹਨਾਂ ਦੇ ਮਨ ਵਿੱਚ ਘਰ ਕੀਤੀਆਂ ਸੀ। ਤੇ 12 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਸੰਘਰਸ਼ ਦੇ ਵਿੱਚ ਪੈਰ ਧਰਿਆ। ਤੇ ਫਿਰ ਉਹਨਾਂ ਨੇ ਘੱਟੋ ਘੱਟ 7 ਸਾਲ ਤੋਂ 10 ਸਾਲ ਦੇ ਦਰਮਿਆਨ ਜਿਹੜਾ ਸਮਾਂ ਸੀ ਉਹ ਉਹਨਾਂ ਦਾ ਜੇਲ੍ਹਾਂ ਦੇ ਵਿੱਚ ਨਜ਼ਰਬੰਦੀ ਦੇ ਵਿੱਚ ਜਿਹੜਾ ਹੈ ਉਹ ਗੁਜ਼ਾਰਿਆ ਉਹਨਾਂ ਨੇ। ਤੇ ਹਰ ਮੋਰਚੇ ਦੇ ਵਿੱਚ ਉਹਨਾਂ ਨੇ ਯੋਗਦਾਨ ਪਾਇਆ, ਚਾਹੇ ਜੈਂਤੋ ਦਾ ਮੋਰਚਾ ਹੋਵੇ, ਚਾਹੇ ਗੁਰੂ ਕੇ ਬਾਗ ਦਾ ਹੋਵੇ, ਚਾਹੇ ਕੋਈ ਗੁਰਦੁਆਰਾ ਸੁਧਾਰ ਲਹਿਰ ਹੋਵੇ, ਚਾਹੇ ਚਾਬੀਆਂ ਵਾਲਾ ਮੋਰਚਾ ਹੋਵੇ। ਜਿਹੜੇ ਮੋਰਚੇ ਲੱਗੇ ਉਹਦੇ ਵਿੱਚ ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਯੋਗਦਾਨ ਹੈ ਜਿਹੜਾ ਪਾਇਆ। ਤੇ ਉਹਦੇ ਕਾਰਨ ਹੀ ਉਹਨਾਂ ਨੂੰ ਇਹ जेल दियां सलाखों के पीछे भी जाना पिया। तो आइए जानने की कोशिश करते हैं कि इस बार कुछ नया, कुछ हटकर ऐसा क्या करना चाहते हैं ताकि ये लोगों के लिए यादगार रहती है। तो आइए मिलते हैं बख्तावर सिंह जी से और जानने की कोशिश करते हैं। जी सर। पीसी आपका धन्यवाद। इस तरह जी भी साडे फादर साहब जिहड़े कामरेड गुरचरण सिंह लाधूपुर जी, वो छोटी उम्र च जेल गए जी। ਉਹ ਤੋਂ ਬਾਅਦ ਜਿਹੜੇ ਬਾਕੀ ਮੋਰਚੇ ਲੱਗੇ ਕਿਸਾਨੀ ਬਾਰੇ, जी, ਜਿਸ ਤਰ੍ਹਾਂ ਕਿਸਾਨੀ ਦਾ ਮੋਰਚਾ ਲੱਗਾ ਸੀ ਮੋਗਿਆਂ ਬਾਰੇ, ਹਾਂਜੀ जी, जी, ਹਰਸ਼ਾ ਸਿੰਘਾ ਮੋਗਾ ਮੋਰਚਾ ਕਹਿ ਲਓ ਉਹਨੂੰ, ਜਾਂ ਲਾਹੌਰ ਦੇ ਅੰਦਰ ਇੱਕ ਕਿਸਾਨਾਂ ਦਾ ਅੰਦੋਲਨ ਹੋਇਆ, ਉਹਦੇ 'ਚ ਉਹਨਾਂ ਨੇ ਹਿੱਸਾ ਲਿਆ। ਉਹ ਤੋਂ ਬਾਅਦ 'ਚ ਕਿਰਤੀ ਪਾਰਟੀ ਬਣੀ, ਕਿਰਤੀ ਪਾਰਟੀ ਦੇ ਅੰਦਰ ਉਹਨਾਂ ਨੇ ਹਿੱਸਾ ਲਿਆ। ਇਹਦੇ ਨਾਲ ਹੀ ਲੱਗਦਿਆਂ ਇੱਕ ਮੁਜ਼ਾਹਰਾ ਲਹਿਰਾਂ ਚੱਲੀਆਂ। ਜਿਹੜੇ ਲੋਕ ਜ਼ਮੀਨ ਜੋਤਦੇ ਸੀ ਨਾ, ਉਹਨਾਂ ਨੂੰ ਸਰਮਾਏਦਾਰ ਜਿਹੜਾ ਦਿੰਦਾ ਨਹੀਂ, ਉਹਨਾਂ ਦੀ ਜ਼ਮੀਨ ਦੇ ਮਾਲਕ ਬਣਾਉਣ ਵਾਸਤੇ ਇੱਕ ਲਹਿਰ ਚੱਲੀ ਸੀ। ਉਹਦਾ ਕਰਕੇ ਉਹਨਾਂ ਨੇ ਉਸ ਲਹਿਰ ਦੇ ਵਿੱਚ ਬਹੁਤ ਵੱਡਾ ਹਿੱਸਾ ਲਿਆ। इस बार क्या करना चाह रहे हैं सर उनकी बरसी पे? कुछ हटकर उनकी बरसी पे जे भी किसानां वास्ते वो सारी जिंदगी लड़ते रहे, किसानां वास्ते उन्होंने काम किया। ते इस साल देश के अंदर हिंदुस्तान की भारत सरकार आ, वो 3 काले कानून लैके आई आ जी, ते उन्हां दे खिलाफ दिल्ली के बार्डरां ते किसान बैठे हुए आ। बिल्कुल सर। और ये उन्हां दी बरसी जिहड़ी आ उन्हां नूं समर्पित करना चाहुंदे आ। किसान अंदोलन नूं समर्पित है अजकल दी बरसी, ते ताकि किसान भी जिहड़े अपनी जथेबंदी लड़ रहे आ वो भी जित के जाण ते उन्हां दे बारे ते फिर दादी साडी जिहड़ी सी उन्हां दी माता जी, साडी दादी माती भोली जी, उन्हें ये गल कही भी जे जाना ते उत्थों वापस माफ़ी मंग के जां उदां नहीं आउणा, जित के आउणा। तो जे उद माफ़ी मंग के आ गया तो रस्ते च आउंदे कि खूह च साल मार के मर जाई, मेरे दुध नूं लाज ना लाई ते कौम दे बट्टा ना ला दी किते। वो जो घरों गए 1924 विच, वो 11 विच ते पैदा होए सी जी, ते 24 विच वो जेल चल गए अपने, हाँ जी। उत्थे वो करीब 1.5 साल के करीब रहे। तो उस तो बाद जो उत्थे चल गए तो उस तो बाद उन्होंने घर वाली देखा, मुड़ के भी घर वाली भी देखा आके। वो जो उन्होंने पैर पुट्टिया बाहरले पासे नूं, वो लगातार जिंदगी सारी जिहड़ी आ उन्होंने पार्टियां च ते लोकां ते देश नूं आज़ाद कराउण वास्ते लाती।
ਜਦੋਂ 24 ਵਿੱਚ ਉਹ ਵਾਪਸ ਆਉਂਦੇ ਆ ਜੀ 25 ਚ ਜੀ ਤੇ 29 ਵਿੱਚ ਇੱਕ ਡਸਕਾ ਮੋਰਚਾ ਲੱਗ ਜਾਂਦਾ ਹੈ। ਲਾਹੌਰ ਦੇ ਵਿੱਚ ਜਗ੍ਹਾ ਡਸਕਾ, ਉੱਥੇ ਇੱਕ ਮੋਰਚਾ ਲੱਗ ਜਾਂਦਾ, ਜੀ ਉਹ ਮੋਰਚੇ 'ਚ ਚੱਲ ਗਏ। ਉਹ ਤੋਂ ਬਾਅਦ 'ਚ ਵਾਪਸ ਅਜੇ ਆਉਂਦੇ ਸੀ ਤੇ ਪਿੰਡ ਪਹੁੰਚਦੇ ਆ ਤੇ ਥੋੜ੍ਹੇ ਦਿਨਾਂ ਵਿੱਚ ਘਰ ਦੇ ਕਹਿਣਗੇ ਕੋਈ ਕੰਮ ਕਰ ਲਓ, ਤੇ ਕੰਮ ਦੀ ਬਜਾਏ ਉਹਨਾਂ ਨੇ ਜਾਣਾ ਤਾਂ ਇੱਥੋਂ ਸਭ ਨੇ ਹੈ ਤੇ ਸਾਰੇ ਹੀ ਜਾਂਦੇ ਹਨ, ਪਰ ਕਿਹੜਾ ਕਿਸ ਤਰ੍ਹਾਂ ਕੀ ਕਰਕੇ ਗਿਆ ਉਹ ਯਾਦ ਸਲਾਮਤ ਰਹਿਤੀ ਹੈ। ਸਾਡੇ ਬਾਪੂ ਗੁਰਚਰਨ ਸਿੰਘ ਜੀ ਲਾਧੂਪੁਰ ਆਜ਼ਾਦੀ ਘੁਲਾਟੀਏ, ਜਿਨ੍ਹਾਂ ਨੇ ਆਜ਼ਾਦੀ ਲਈ ਜੇਲ੍ਹਾਂ ਕੱਟੀਆਂ, ਕਸ਼ਟ ਝੱਲੇ ਅਤੇ ਆਜ਼ਾਦੀ ਲਿਆਉਣ ਤੋਂ ਬਾਅਦ ਵਿਆੜਕੀ ਕਾਲਜ ਇਸਤਰੀਆਂ ਦੀ ਸਿੱਖਿਆ ਲਈ ਸ਼ੁਰੂ ਕੀਤਾ ਤੇ ਉਹਦੇ ਬਹੁਤ ਸਮਾਂ ਵਾਈਸ ਪ੍ਰਧਾਨ ਰਹੇ ਤੇ ਹਰ ਚੰਗੀ ਮੰਦੇ ਵਿੱਚ ਕਾਲਜ ਦੇ ਨਾਲ ਖਲੋ ਕੇ ਕਾਲਜ ਨੂੰ ਇੱਥੋਂ ਤੱਕ ਪਹੁੰਚਾਇਆ ਕਿ ਅੱਜ ਫ੍ਰੀ ਐਜੂਕੇਸ਼ਨ BA 1 2 3 ਵਿੱਚ ਔਰ ਹੋਰ ਮੱਲਾ ਮਾਰ ਕੇ ਬੱਚਿਆਂ ਦਾ ਜੀਵਨ ਸਵਾਰ ਰਿਹਾ ਹੈ। ਅੱਜ ਕਾਲਜ ਉਹਨਾਂ ਨੂੰ ਯਾਦ ਕਰਦਾ। 3 ਅਗਸਤ ਨੂੰ ਉਹਨਾਂ ਦੇ 3 ਅਗਸਤ ਨੂੰ ਉਹਨਾਂ ਦੇ ਨਾਂ ਤੇ ਕਾਲਜ ਵਣ ਮਹੋਤਸਵ ਮਨਾਏਗਾ ਅਤੇ 103 ਬੂਟੇ ਕਾਲਜ ਵਿੱਚ ਲਗਾਏ। ਅੱਜ ਅਸੀਂ ਬਹੁਤ ਹੀ ਸਤਿਕਾਰਯੋਗ ਆਪਣੇ ਬਜ਼ੁਰਗ ਬਾਪੂ ਗੁਰਚਰਨ ਸਿੰਘ ਲਾਧੂਪੁਰ ਜੀ ਦੀ ਬਰਸੀ ਮਨਾ ਰਹੇ ਹਾਂ ਔਰ ਇਹ ਬਰਸੀ ਜਿਹੜੀ ਆ ਉਹ ਅਸੀਂ ਜੋ ਇਸ ਵੇਲੇ ਕਿਸਾਨੀ ਸੰਘਰਸ਼ ਦਿੱਲੀ ਦੇ ਵਿੱਚ ਚੱਲ ਰਿਹਾ ਵਾ, ਉਸ ਕਿਸਾਨੀ ਸੰਘਰਸ਼ ਦੀ ਜਿੱਤ ਵਾਸਤੇ ਇਹ ਅੱਜ ਦੀ ਬਰਸੀ ਜੋ ਅਸੀਂ ਮਨਾ ਰਹੇ ਹਾਂ ਉਸ ਨੂੰ ਸਮਰਪਿਤ ਕੀਤੀ ਹੋਈ ਹੈ। ਕਿਉਂਕਿ ਬਾਪੂ ਗੁਰਚਰਨ ਸਿੰਘ ਜੀ ਖੁਦ ਇੱਕ ਬਹੁਤ ਹੀ ਤਗੜੇ ਜ਼ਿਮੀਂਦਾਰ ਔਰ ਕਿਰਤੀ ਸਨ ਔਰ ਸਾਰੀ ਉਮਰ ਉਹਨਾਂ ਨੇ ਖੇਤੀਬਾੜੀ ਔਰ ਆਪਣੇ ਕਿਸਾਨੀ ਦੇ ਨਾਲ ਸੰਬੰਧਿਤ ਰਹੇ। ਸੋ ਅੱਜ ਦੀ ਇਹ ਜਿਹੜੀ ਹੈਗੀ ਆ ਬਰਸੀ ਜਿਹੜੀ ਆ ਉਹ ਕਿਸਾਨੀ ਨੂੰ ਸਮਰਪਿਤ ਜਿਹੜੀ ਕੀਤੀ ਗਈ ਆ। ਬਾਪੂ ਗੁਰਚਰਨ ਸਿੰਘ ਜੀ ਬਹੁਤ ਹੀ ਛੋਟੀ ਉਮਰ ਦੇ ਵਿੱਚ ਆਜ਼ਾਦੀ ਦੀ ਲਹਿਰ ਦੇ ਵਿੱਚ ਕੁੱਦ ਪਏ ਸਨਗੇ, ਕਿਉਂਕਿ ਉਹਨਾਂ ਨੂੰ ਇਹ ਵਿਰਸੇ ਦੇ ਵਿੱਚ ਦੇਸ਼ ਭਗਤੀ ਦੀ ਜਿਹੜੀ ਲਾਗ ਆ ਉਹ ਲੱਗੀ ਸੀ। ਉਹਨਾਂ ਦਾ ਜਨਮ 1911 ਦੇ ਵਿੱਚ ਹੋਇਆ ਅਤੇ ਮਹਿਜ਼ 12 ਸਾਲ ਦੀ ਉਮਰ ਦੇ ਵਿੱਚ ਉਹ ਜੈਤੋ ਦੇ ਮੋਰਚੇ ਦੇ ਵਿੱਚ ਚਲੇ ਗਏ ਔਰ ਆਪਣੇ ਆਪ ਨੂੰ ਗ੍ਰਿਫਤਾਰੀ ਵਾਸਤੇ ਪੇਸ਼ ਕੀਤਾ। ਉਸ ਤੋਂ ਪਿੱਛੋਂ ਲਗਾਤਾਰ ਜਿਵੇਂ ਜਿਵੇਂ ਉਹ ਉਮਰ ਦੇ ਵਿੱਚ ਵੱਧਦੇ ਗਏ ਤਿਵੇਂ ਤਿਵੇਂ ਦੇਸ਼ ਭਗਤੀ ਦੀ ਭਾਵਨਾ ਜਿਹੜੀ ਆ ਉਹਨਾਂ ਦੇ ਵਿੱਚ ਪਰਪੱਕ ਹੁੰਦੀ ਗਈ ਅਤੇ ਫਿਰ ਉਹ ਡਸਕੇ ਦਾ ਮੋਰਚਾ ਅਤੇ ਉਸ ਤੋਂ ਪਿੱਛੋਂ 1930 ਦੇ ਵਿੱਚ ਜਿਹੜਾ ਨਾਨ ਕੋਆਪਰੇਸ਼ਨ ਮੂਵਮੈਂਟ ਮਹਾਤਮਾ ਗਾਂਧੀ ਵੱਲੋਂ ਚਲਾਇਆ ਗਿਆ ਸੀ ਉਸ ਦੇ ਵਿੱਚ ਉਹਨਾਂ ਦਾ ਬਹੁਤ ਪ੍ਰਮੁੱਖ ਰੋਲ ਸੀਗਾ। ਉਹਨਾਂ ਨੇ ਇਹਨਾਂ ਮੋਰਚਿਆਂ ਦੇ ਵਿੱਚ ਜੇਲ੍ਹ ਯਾਤਰਾ ਵੀ ਕੀਤੀ, ਅੰਡਰਗਰਾਊਂਡ ਵੀ ਰਹੇ, ਲੇਕਿਨ ਦੇਸ਼ ਭਗਤੀ ਜਿਹੜੀ ਸੀਗੀ ਉਹ ਭਾਵਨਾ ਜਾਂ ਉਹ ਜਜ਼ਬਾ ਜਾਂ ਉਹ ਜੋ ਉਹਨਾਂ ਦੇ ਵਿੱਚ ਸਰੋਕਾਰ ਸਣਗੇ ਉਹ ਉਹਨਾਂ ਦੇ ਲਗਾਤਾਰ ਵੱਧਦੇ ਗਏ। ਕਿਉਂਕਿ ਉਸ ਸਮੇਂ ਅੰਗਰੇਜ਼ ਜਿਹੜੇ ਆ ਉਹ ਬਹੁਤ ਤਸ਼ੱਦਦ ਵੀ ਕਰਦੇ ਸਨਗੇ, ਪਿੱਛੇ ਪਰਿਵਾਰਾਂ ਨੂੰ ਪਰੇਸ਼ਾਨ ਵੀ ਕਰਦੇ ਸਨਗੇ ਔਰ ਹਰ ਤਰ੍ਹਾਂ ਦੇ ਹੱਥ ਕੰਡੇ ਵਰਤ ਕੇ ਉਹ ਇਹਨਾਂ ਦੇਸ਼ ਦੇ ਪਰਵਾਨਿਆਂ ਨੂੰ ਪਰੇਸ਼ਾਨ ਕਰਦੇ ਸਨਗੇ। ਲੇਕਿਨ ਬਾਪੂ ਜੀ ਨੇ ਕਦੇ ਵੀ ਆਪਣਾ ਹੌਸਲਾ ਨਹੀਂ ਛੱਡਿਆ ਅਤੇ ਲਗਾਤਾਰ ਉਹ ਅੱਗੇ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ। ਫਿਰ ਹਰਸਾ ਸ਼ੀਨਾ ਦਾ ਮੋਰਚਾ ਜਾਂ ਉਸ ਤੋਂ ਪਿੱਛੋਂ ਦੇਸ਼ ਦੀ ਆਜ਼ਾਦੀ ਤੋਂ ਪਿੱਛੋਂ ਵੀ ਉਹ ਬਹੁਤ ਲੋਕਾਂ ਦੇ ਹਿੱਤਾਂ ਵਾਸਤੇ ਲੜਦੇ ਰਹੇ, ਕਿਉਂਕਿ ਉਹ ਸਮਝਦੇ ਸਨਗੇ ਕਿ ਜਿਸ ਆਜ਼ਾਦੀ ਜਿਸ ਤਰ੍ਹਾਂ ਦੀ ਉਹਨਾਂ ਦੇ ਸੁਪਨਿਆਂ ਦੀ ਆਜ਼ਾਦੀ ਸੀ ਉਹ ਉਹਨਾਂ ਦੇ ਸੁਪਨਿਆਂ ਦੇ ਅਕਾਰਡਿੰਗਲੀ ਨਹੀਂ ਸੀ। ਸੋ ਉਹਨਾਂ ਨੇ ਦੇਸ਼ ਦੀ ਆਜ਼ਾਦੀ ਤੋਂ ਪਿੱਛੋਂ ਵੀ ਇਸ ਸਰਕਾਰ ਦੇ ਵਿਰੁੱਧ, ਭਾਰਤ ਸਰਕਾਰ ਦੇ ਵਿਰੁੱਧ ਜਿਹੜਾ ਉਹ ਉਸੇ ਤਰ੍ਹਾਂ ਹੀ ਝੰਡਾ ਬੁਲੰਦ ਰੱਖਿਆ ਔਰ ਆਪਣੇ ਆਪ ਨੂੰ ਅੰਡਰਗਰਾਊਂਡ ਜਾਂ ਜੇਲ੍ਹਾਂ ਦੇ ਵਿੱਚ ਜਾਂ ਜਿਸ ਤਰ੍ਹਾਂ ਵੀ ਪਾਰਟੀ ਨੇ ਉਹਨਾਂ ਦੀ ਜ਼ਿੰਮੇਵਾਰੀ ਲਈ ਉਹ ਆਪਣੇ ਆਪ ਨੂੰ ਇਸ ਸੰਘਰਸ਼ ਦੇ ਵਿੱਚ ਅੱਗੇ ਤੋਂ ਅੱਗੇ ਤੋਰਦੇ ਰਹੇ। ਫਿਰ ਉਹ ਲੋਕਾਂ ਦੇ ਹਿੱਤ ਵਾਸਤੇ ਕਿਰਤੀ ਪਾਰਟੀ ਸ਼ਾਮਲ ਹੋਏ, ਕਿਰਤੀ ਪਾਰਟੀ ਤੋਂ ਕਮਿਊਨਿਸਟ ਪਾਰਟੀ, ਕਾਂਗਰਸ ਪਾਰਟੀ ਅਤੇ ਫਿਰ ਉਹ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਆਪਣੇ ਆਪ ਨੂੰ ਉਹਨਾਂ ਨੇ ਟੋਟਲੀ ਸਮਰਪਿਤ ਕਰ ਲਿਆ। ਕੋਆਪਰੇਟਿਵ ਅਦਾਰੇ ਦੇ ਵਿੱਚ ਉਹ ਡਾਇਰੈਕਟਰ ਔਰ ਫਰੀਡਮ ਫਾਈਟਰ ਸੰਸਥਾ ਗੁਰਦਾਸਪੁਰ ਦੇ ਉਹ ਪ੍ਰਧਾਨ ਰਹੇ
ਫਿਰ ਉਹ ਸਿੱਖਿਆ ਸੰਸਥਾਵਾਂ ਦੇ ਨਾਲ ਵੀ ਬਹੁਤ ਨੇੜਿਓਂ ਜੁੜੇ ਰਹੇ। ਬਾਬਾ ਆਇਆ ਸਿੰਘ ਰਿਆੜਕੀ ਸਕੂਲ ਕਾਲਜ ਨੂੰ ਇੱਥੋਂ ਤੱਕ ਪਹੁੰਚਾਉਣ ਦੇ ਵਾਸਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ। ਔਰ ਖ਼ਾਸ ਕਰਕੇ ਉਹ ਲੜਕੀਆਂ ਦੀ ਐਜੂਕੇਸ਼ਨ ਵਾਸਤੇ ਬਹੁਤ ਹੀ ਸਮਰਪਿਤ ਕਰ ਸਨਗੇ। ਉਹਨਾਂ ਦੀ ਵਿਚਾਰਧਾਰਾ ਸੀ ਕਿ ਜੇ ਲੜਕੀਆਂ ਸਾਡੀਆਂ ਪੜ੍ਹ ਜਾਣਗੀਆਂ ਤਾਂ ਸਾਡੇ ਵਿੱਚ ਸੁਧਾਰ ਜਿਹੜਾ ਵਾ, ਸਮਾਜ ਦੇ ਵਿੱਚ ਸੁਧਾਰ ਜਿਹੜਾ ਵਾ ਉਹ ਆਪਣੇ ਆਪ ਹੀ ਬਹੁਤ ਜ਼ਿਆਦਾ ਆ ਜਾਵੇਗਾ। ਸੋ ਜੋ ਅੱਜ ਦਾ ਪ੍ਰੋਗਰਾਮ ਆ ਇਹ ਸਾਰਾ ਅਸੀਂ ਉਹਨਾਂ ਨੂੰ ਸਮਰਪਿਤ ਕਰਦੇ ਹੋਏ ਜੋ ਦਿੱਲੀ ਦੇ ਵਿੱਚ ਸੰਘਰਸ਼ ਚੱਲ ਰਿਹਾ ਵਾ ਉਸ ਨੂੰ ਫਿਰ ਅਸੀਂ ਇੱਕ ਵਾਰ ਦੁਹਰਾਉਂਦੇ ਹੋਏ ਅਸੀਂ ਕਾਮਨਾ ਕਰਦੇ ਹਾਂ ਕਿ ਬਾਪੂ ਜੀ ਦੀ ਜੋ ਅੱਜ ਦੀ ਬਰਸੀ ਆ ਇਹਨਾਂ ਤੋਂ ਪ੍ਰੇਰਨਾ ਲੈਂਦੇ ਹੋਏ ਅਸੀਂ ਉਮੀਦ ਕਰਦੇ ਹਾਂ ਕਿ ਉਹ ਕਿਸਾਨੀ ਸੰਘਰਸ਼ ਜਿਹੜਾ ਵਾ ਉਹ ਜ਼ਰੂਰ ਕਾਮਯਾਬ ਹੋਵੇਗਾ ਔਰ ਕਿਸਾਨਾਂ ਦੀ ਜਿੱਤ ਹੋਵੇਗੀ। ਔਰ ਮੈਂ ਸਮਝਦਾ ਕਿ ਅੱਜ ਦੇ ਦਿਨ ਵਾਸਤੇ ਸਭ ਤੋਂ ਸੱਚੀ ਸ਼ਰਧਾਂਜਲੀ ਜਿਹੜੀ ਹੈ ਬਾਪੂ ਜੀ ਨੂੰ ਇਹ ਹੀ ਹੋਵੇਗੀ ਕਿ ਅਸੀਂ ਕਿਸਾਨੀ ਦੀ ਜਿੱਤ ਵਾਸਤੇ ਹੋਰ ਤਗੜੇ ਹੋ ਕੇ ਆਪਣਾ ਸੰਘਰਸ਼ ਜਿਹੜਾ ਵਾ ਉਹ ਜਾਰੀ ਰੱਖੀਏ। ਧੰਨਵਾਦ।